हेलो गाइस माय नेम इज़ प्रीत एंड वेलकम टू माय यूट्यूब चैनल। ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿ ਤੁਸੀਂ ਆਨਲਾਈਨ ਜੀਸੀਕੀ ਅਕਾਊਂਟ ਦੇ ਵਿੱਚ ਐਸਡੀਐਸ ਕੈਟਾਗਰੀ ਦਾ ਜਿਹੜਾ ਸਟੂਡੈਂਟ ਕੁਐਸਚਨੀਅਰ ਕਿੱਦਾਂ ਰੈਡੀ ਕਰਨਾ ਹੈ। ਆਪਾਂ ਸਟੈਪ ਬਾय ਸਟੈਪ ਇੱਕ ਸਟੂਡੈਂਟ ਕੁਐਸਚਨੀਅਰ ਜਨਰੇਟ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਐਸਡੀਐਸ ਕੈਟਾਗਰੀ ਵਿੱਚ ਫਾਈਲ ਸਬਮਿਟ ਕਰਨ ਵਾਸਤੇ ਕਿਹੜੇ-ਕਿਹੜੇ ਡਾਕੂਮੈਂਟਸ ਰਿਕੁਆਇਰਡ ਹੁੰਦੇ ਆ। ਆਪਾਂ ਇਹਦੇ ਬਾਰੇ ਵੀ ਡਿਟੇਲ 'ਚ ਗੱਲਬਾਤ ਕਰਾਂਗੇ ਤੇ ਤੁਸੀਂ ਬਿਨਾਂ ਕਿਸੇ ਦੀ ਹੈਲਪ ਤੋਂ ਆਪਦੀ ਜਿਹੜੀ ਐਸਡੀਐਸ ਫਾਈਲ ਆ ਉਹ ਸਬਮਿਟ ਕਰ ਸਕਦੇ ਹੋ। ਸੋ ਇਸ ਵੀਡੀਓ 'ਚ ਆਪਾਂ ਪ੍ਰੋਪਰ ਇਸ ਬਾਰੇ ਸਟੱਡੀ ਪਰਮਿਟ ਦੀ ਐਸਡੀਐਸ ਫਾਈਲ ਬਾਰੇ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਡਿਸਕਸ ਕਰ ਲੈਂਦੇ ਆ ਕਿ ਐਸਡੀਐਸ ਫਾਈਲ ਵਿੱਚ ਫਾਲ ਕਿਹੜੇ ਐਪਲੀਕੈਂਟਸ ਕਰਦੇ ਆ। ਜਿਹੜੇ ਐਪਲੀਕੈਂਟਸ ਦੀ 6 ਈਚ ਬੈਂਡ ਨੇ, ਹਰ ਇੱਕ ਮੋਡਿਊਲ ਦੇ ਵਿੱਚੋਂ 6 ਈਚ ਬੈਂਡ ਨੇ, ਜਿਨ੍ਹਾਂ ਨੇ 1 ਈਅਰ ਦੀ ਫੀ ਪੇਮੈਂਟ ਕੀਤੀ ਆ ਕਾਲਜ ਨੂੰ ਤੇ ਜਿਨ੍ਹਾਂ ਨੇ ਜੀਆਈਸੀ ਪੇ ਕੀਤਾ ਹੈ $10,200। ਉਹ ਐਪਲੀਕੈਂਟ ਜਿਹੜੇ ਐਸਡੀਐਸ ਕੈਟਾਗਰੀ ਵਿੱਚ ਫਾਲ ਕਰਦੇ ਆ। ਅਗਰ ਤੁਸੀਂ ਇਹਨਾਂ ਤਿੰਨਾਂ ਕੰਡੀਸ਼ਨਸ ਚੋਂ ਇੱਕ ਵੀ ਕੰਡੀਸ਼ਨ ਨੂੰ ਪੂਰਾ ਨਹੀਂ ਕੀਤਾ, ਬਾਈ ਚਾਂਸ ਤੁਹਾਡੇ 6 ਈਚ ਬੈਂਡ ਆ ਲੇਕਿਨ ਤੁਸੀਂ 1 ਈਅਰ ਦੀ ਫੀ ਪੇਮੈਂਟ ਨਹੀਂ ਕੀਤੀ, ਤੁਸੀਂ 6 ਮੰਥ ਦੀ ਕੀਤੀ ਆ, ਤੇ ਤੁਹਾਡੀ ਫਾਈਲ ਆ ਜਿਹੜੀ ਐਸਡੀਐਸ ਕੈਟਾਗਰੀ 'ਚ ਨਹੀਂ ਫਾਲ ਕਰੂਗੀ। ਸੋ ਇਹ ਤਿੰਨੋਂ ਕੰਡੀਸ਼ਨਸ ਆ ਜਿਹੜੀਆਂ ਕੰਪਲੀਟ ਹੋਣੀਆਂ ਜ਼ਰੂਰੀ ਆ, ਫਿਰ ਹੀ ਤੁਹਾਡੀ ਫਾਈਲ ਆ ਜਿਹੜੀ ਐਸਡੀਐਸ ਕੈਟਾਗਰੀ 'ਚ ਲੱਗੂਗੀ ਤੇ ਤੁਹਾਡਾ ਜਿਹੜਾ ਵੀਜ਼ਾ ਪ੍ਰੋਸੈਸ ਆ ਉਹ ਫਾਸਟ ਹੋਊਗਾ ਐਜ਼ ਕੰਪੇਅਰ ਟੂ ਅਦਰ ਕੈਟਾਗਰੀ ਮੀਨਸ ਜਨਰਲ ਕੈਟਾਗਰੀ। ਠੀਕ ਹੈ, ਤਾਂ ਆਪਾਂ ਅੱਜ ਇਹਦੇ ਬਾਰੇ ਸਟੈਪ ਬਾय ਸਟੈਪ ਡਿਸਕਸ਼ਨ ਕਰਾਂਗੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਪਲੀਜ਼ ਗਾਇਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ, ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਤਾਂ ਕਿ ਮੈਂ ਹੋਰ ਮੋਟੀਵੇਟ ਹੋਵਾਂ ਤੁਹਾਡੇ ਵਾਸਤੇ ਇਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਬਣਾਉਣ ਵਾਸਤੇ ਜੋ ਤੁਹਾਡੇ ਲਈ ਯੂਜ਼ਫੁਲ ਹੋਣ ਤੇ ਤੁਹਾਨੂੰ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਵੀਜ਼ਾ ਪ੍ਰੋਸੈਸ ਦੇ ਵਿੱਚ ਹੈਲਪ ਕਰਨ। ਸੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਆਪਦਾ ਜੀਸੀਕੀ ਅਕਾਊਂਟ ਆ ਜਿਹੜਾ ਉਹਨੂੰ ਲੌਗਇਨ ਕਰ ਲਾਂਗੇ। ਉਹਨੂੰ ਲੌਗਇਨ ਕਰਨ ਵਾਸਤੇ ਆਪਾਂ CIC ਲੌਗਇਨ ਸਰਚ ਕਰਕੇ ਕੈਨੇਡਾ ਹਾਈ ਕਮਿਸ਼ਨ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਵਾਂਗੇ ਤੇ ਆਪਾਂ ਆਪਦਾ ਸਾਈਨ ਇਨ ਵਿਦ ਜੀਸੀਕੀ ਅਕਾਊਂਟ ਜਾ ਕੇ ਇਹਦੇ ਤੇ ਕਲਿੱਕ ਕਰ ਲਾਂਗੇ। ਓਕੇ, ਸੋ ਆਪਾਂ ਟਰਮ ਐਂਡ ਕੰਡੀਸ਼ਨਸ ਨੂੰ ਐਕਸੈਪਟ ਕਰਾਂਗੇ। ਸੋ ਇਹ ਆਪਣਾ ਜੀਸੀਕੀ ਅਕਾਊਂਟ ਆ ਜਿਹੜਾ ਓਪਨ ਹੋ ਗਿਆ। ਸੋ ਇੱਥੇ ਕੋਈ ਵੀ ਐਪਲੀਕੇਸ਼ਨ ਅਜੇ ਸਟਾਰਟ ਨਹੀਂ ਹੋਈ। ਆਪਾਂ ਸਟਾਰਟ ਇਹ ਐਪਲੀਕੇਸ਼ਨ ਦੇ ਨੀਚੇ ਆ ਰਿਹਾ ਅਪਲਾਈ ਟੂ ਕਮ ਟੂ ਕੈਨੇਡਾ। ਠੀਕ ਹੈ, ਇਹਨੂੰ ਕਲਿੱਕ ਕਰਾਂਗੇ। ਇਸ ਤੋਂ ਬਾਅਦ ਇਹ ਪੁੱਛ ਰਿਹਾ ਪਰਸਨਲ ਰੈਫਰੈਂਸ ਕੋਡ। ਅਗਰ ਤਾਂ ਤੁਸੀਂ ਪਹਿਲਾਂ ਤੋਂ ਕੁਐਸਚਨੀਅਰ ਜਨਰੇਟ ਕੀਤਾ ਹੋਇਆ ਤਾਂ ਤੁਹਾਡਾ ਇੱਕ ਕੋਡ ਜਨਰੇਟ ਹੋਇਆ ਹੋਊਗਾ, ਤੁਸੀਂ ਉਹਨੂੰ ਪਾ ਕੇ ਕੰਟੀਨਿਊ ਕਰ ਸਕਦੇ ਹੋ। ਅਗਰ ਜੇ ਫਸਟ ਟਾਈਮ ਕਰਨਾ ਹੈ ਤਾਂ ਆਪਾਂ ਇੱਥੋਂ ਸਟਾਰਟ ਕਰਾਂਗੇ। ਡਿਟਰਮਾਈਨ ਯੂਅਰ ਐਲੀਜੀਬਿਲਿਟੀ ਐਂਡ ਅਪਲਾਈ ਆਨਲਾਈਨ। ਆਪਾਂ ਕਾਹਦੇ ਵਾਸਤੇ ਅਪਲਾਈ ਕਰਨਾ? ਅਗਰ ਆਪਾਂ ਵਿਜ਼ਟਰ ਵੀਜ਼ਾ, ਸਟੱਡੀ ਪਰਮਿਟ, ਵਰਕ ਪਰਮਿਟ ਕਿਸੇ ਵੀ ਐਪਲੀਕੇਸ਼ਨ ਵਾਸਤੇ ਅਪਲਾਈ ਕਰਨਾ ਤਾਂ ਆਪਾਂ ਫਸਟ ਵਾਲੇ ਜਿਹੜਾ ਵੀ ਇਹਨਾਂ ਦਾ ਕੈਟਾਗਰੀ ਆ ਉਹਦੇ ਤੇ ਕਲਿੱਕ ਕਰ ਲੈਣਾ। ਠੀਕ ਆ, ਹੁਣ ਇਹਦੇ ਤੇ ਤੁਹਾਨੂੰ ਹਰ ਇੱਕ ਕੁਐਸਚਨ ਦਾ ਆਨਸਰ ਆ ਜਿਹੜਾ ਬੜਾ ਹੀ ਧਿਆਨ ਨਾਲ ਦੇਣਾ ਤਾਂ ਕਿ ਤੁਹਾਡਾ ਪ੍ਰੋਪਰ ਜਿਹੜਾ ਐਕੂਰੇਟ ਕੁਐਸਚਨੀਅਰ ਜਨਰੇਟ ਹੋ ਸਕੇ। ਸਭ ਤੋਂ ਪਹਿਲਾਂ ਪੁੱਛ ਰਹੇ ਵਾਟ ਵੁੱਡ ਲਾਈਕ ਟੂ ਡੂ ਇਨ ਕੈਨੇਡਾ। ਤੁਸੀਂ ਕੈਨੇਡਾ ਕੀ ਕਰਨ ਆਉਣਾ ਚਾਹੁੰਦੇ ਹੋ? ਜਿੱਥੇ ਆਪਸ਼ਨਸ ਹੈਗੀਆਂ ਸਟੱਡੀ, ਵਿਜ਼ਿਟ, ਮੂਵ ਹੇਅਰ, ਵਰਕ। ਠੀਕ ਹੈ, ਸੋ ਆਪਾਂ ਸਟੱਡੀ ਕਰਨ ਜਾਣਾ ਤਾਂ ਆਪਾਂ ਸਟੱਡੀ ਦੀ ਆਪਸ਼ਨ ਨੂੰ ਚੂਜ਼ ਕਰਾਂਗੇ। ਹਾਊ ਲੌਂਗ ਆਰ ਯੂ ਪਲੈਨਿੰਗ ਟੂ ਸਟੇ ਇਨ ਕੈਨੇਡਾ। ਤੁਸੀਂ ਕਿੰਨੀ ਦੇਰ ਰਹਿਣਾ ਚਾਹੁੰਦੇ ਹੋ? ਤੇ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਸਟੱਡੀ ਪਰਮਿਟ ਵਾਸਤੇ ਹੈ ਤਾਂ ਡੈਫੀਨੇਟਲੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਆ ਜਿਹੜੀ ਮੋਰ ਦੈਨ 6 ਮੰਥ ਲਈ ਬੰਦਾ ਸਟੇ ਕਰਦਾ ਤਾਂ ਆਪਾਂ ਟੈਂਪਰੇਰੀ ਮੋਰ ਦੈਨ 6 ਮੰਥ ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਆਪਾਂ ਆਪਦਾ ਪਾਸਪੋਰਟ ਕੋਡ ਵੀ ਕਿਹੜੀ ਕੰਟਰੀ ਵਿੱਚ ਆਪਾਂ ਉਹ ਆ ਤਾਂ ਆਪਾਂ ਇੰਡੀਆ ਲਈ ਕਲਿੱਕ ਕਰ ਦਾਂਗੇ। ਫਿਰ ਉਹ ਪੁੱਛ ਰਹੇ ਵਾਟ ਇਜ਼ ਯੂਅਰ ਕਰੰਟ ਕੰਟਰੀ ਐਂਡ ਟੈਰੀਟਰੀ ਆਫ ਰੈਜ਼ੀਡੈਂਸ। ਠੀਕ ਹੈ, ਅਗਰ ਤਾਂ ਤੁਸੀਂ ਕੈਨੇਡਾ 'ਚ ਹੀ ਰਹਿੰਦੇ ਹੋ, ਸਟੱਡੀ ਪਰਮਿਟ ਐਕਸਟੈਂਡ ਕਰਨਾ ਹੈ ਜਾਂ ਅੱਗੇ ਸਟੱਡੀ ਪਰਮਿਟ ਨਿਊ ਅਪਲਾਈ ਕਰਨਾ ਤੇ ਤੁਸੀਂ ਇੱਥੇ ਕਰੰਟ ਜਿਹੜੀ ਕੰਟਰੀ ਹੈ ਕੈਨੇਡਾ ਹੀ ਚੂਜ਼ ਕਰੋਗੇ। ਅਗਰ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋ ਜਾਂ ਕਿਸੇ ਡਿਫਰੈਂਟ ਕੰਟਰੀ ਤੋਂ ਅਪਲਾਈ ਕਰ ਰਹੇ ਹੋ, ਜਿਹੜੀ ਵੀ ਕੰਟਰੀ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਜਾਂ ਜਿੱਥੇ ਤੁਸੀਂ ਰਹਿ ਰਹੇ ਹੋ, ਠੀਕ ਹੈ, ਤੁਹਾਡੀ ਕਰੰਟ ਕੰਟਰੀ ਆਫ ਰੈਜ਼ੀਡੈਂਸ ਤੇ ਤੁਸੀਂ ਉੱਤੇ ਕਲਿੱਕ ਕਰਨਾ। ਜਿਵੇਂ ਜਿਸ ਐਪਲੀਕੈਂਟ ਦੀ ਮੈਂ XYZ ਭਰ ਰਹੀ ਹਾਂ ਉਹ ਇੰਡੀਆ 'ਚ ਹੀ ਰਹਿ ਰਿਹਾ ਤਾਂ ਮੈਂ ਉਹਦੇ ਲਈ ਇੰਡੀਆ ਹੀ ਚੂਜ਼ ਕਰੂੰਗੀ। ਉਸ ਤੋਂ ਬਾਅਦ ਉਹ ਪੁੱਛ ਰਿਹਾ do you have any family member who is Canadian citizen or permanent residence and 18 years and older
ਵੀ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ ਹੈ ਜਿਹੜਾ ਕੈਨੇਡੀਅਨ ਸਿਟੀਜ਼ਨ ਆ ਜਾਂ ਪੀਆਰ ਆ ਤੇ 18 ਸਾਲ ਤੋਂ ਵੱਡਾ। ਅਗਰ ਤਾਂ ਤੁਹਾਡਾ ਕੋਈ ਹੈ ਤਾਂ ਤੁਸੀਂ ਇੱਥੇ ਯੈਸ ਕਲਿੱਕ ਕਰੋਗੇ, ਅਗਰ ਨਹੀਂ ਹੈ ਤਾਂ ਤੁਸੀਂ ਨੋ ਕਰੋਗੇ, ਕਿਉਂਕਿ ਬਹੁਤ ਬੱਚਿਆਂ ਸਟੂਡੈਂਟਸ ਦੇ ਜਿਹੜੇ ਉਹਨਾਂ ਦੇ ਬ੍ਰਦਰ ਸਿਸਟਰਸ ਜਾਂ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਰਿਲੇਟਿਵ ਅੰਕਲ ਆਂਟ ਕੋਈ ਵੀ ਪੀਆਰ ਹੁੰਦਾ ਤਾਂ ਉੱਥੇ ਤੁਸੀਂ ਯੈਸ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਨੋ ਕਰ ਸਕਦੇ ਹੋ। ਇੱਥੇ ਤੁਸੀਂ ਐਪਲੀਕੈਂਟ ਦੀ ਜਿਹੜੀ ਆ ਡੇਟ ਆਫ ਬਰਥ ਦੋਗੇ ਜਿਸ ਦੀ ਫਾਈਲ ਸਬਮਿਟ ਕਰਨੀ ਹੈ, ਠੀਕ ਹੈ। ਜਿਸ ਵੀ ਐਪਲੀਕੈਂਟ ਲਈ ਤੁਸੀਂ ਕੁਐਸਚਨਰ ਜਨਰੇਟ ਕਰ ਰਹੇ ਹੋ ਅਕੋਰਡਿੰਗ ਟੂ ਹਿਜ਼ ਔਰ ਹਰ ਪਾਸਪੋਰਟ ਉਹਦੀ ਡੇਟ ਆਫ ਬਰਥ ਲਿਖਣੀ। ਉਸ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰ ਲੈਣਾ। ਉਸ ਤੋਂ ਬਾਅਦ ਉਹ ਪੁੱਛ ਰਹੇ ਆਰ ਯੂ ਲawful permanent residence of United States with valid US citizenship card, ਠੀਕ ਹੈ। ਅਗਰ ਤਾਂ ਤੁਸੀਂ ਹੋ ਤਾਂ ਯੈਸ, ਅਗਰ ਨਹੀਂ ਹੋ ਤਾਂ ਡੈਫੀਨੇਟਲੀ ਨੋ। ਮੋਸਟ ਆਫ ਕੇਸਿਸ 'ਚ ਨੋ ਹੀ ਆਉਂਦਾ। ਉਸ ਤੋਂ ਬਾਅਦ ਪੁੱਛ ਰਿਹਾ have you been accepted to designated learning institute means DLI approved institute। ਦੇਖੋ ਇਹ ਇੱਕ ਚੀਜ਼ ਆ, ਅਗਰ ਕੋਈ ਵੀ ਕਾਲਜ ਇੰਟਰਨੈਸ਼ਨਲ ਸਟੂਡੈਂਟ ਨੂੰ ਆਫਰ ਦਿੰਦਾ ਹੈ ਤੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਜਿਸ ਕਾਲਜ ਵਿੱਚ ਜਾ ਕੇ ਪੜ੍ਹਦਾ ਉਹ ਕਾਲਜ ਜਿਹੜਾ DLI ਨੰਬਰ ਅਪਰੂਵਡ ਹੋਣਾ ਚਾਹੀਦਾ ਤਾਂ ਹੀ ਉਹ ਐਲੀਜੀਬਲ ਹੈ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਪੜ੍ਹਾਉਣ ਵਾਸਤੇ। ਅਦਰਵਾਈਜ਼ ਉਹ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਜਿਹੜਾ ਆਫਰ ਦੇਣ ਲਈ ਐਲੀਜੀਬਲ ਨਹੀਂ ਆ। ਸੋ ਇੱਥੇ ਆਪਾਂ ਡੈਫੀਨੇਟਲੀ ਯੈਸ ਕਰਾਂਗੇ। ਉਸ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਉਹ ਪੁੱਛ ਰਹੇ ਹੈਵ ਯੂ ਵਿਜ਼ਿਟਡ ਔਰ ਲਿਵਡ ਇਨ ਐਨੀ ਆਫ ਦਾ ਡੈਜ਼ਿਗਨੇਟਿਡ ਕੰਟਰੀ ਫॉर 6 ਪ੍ਰੋਸਪੈਕਟਿਵ ਮੰਥਸ ਇਨ ਦਾ ਲਾਸਟ ਈਅਰ। ਵੀ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ 6 ਮੰਥ ਤੋਂ ਜ਼ਿਆਦਾ ਡਿਫਰੈਂਟ ਕੰਟਰੀ ਦੇ ਵਿੱਚ ਤਾਂ ਨਹੀਂ ਲੈ ਰਹੇ ਲਾਸਟ ਮੰਥ ਈਅਰ ਦੇ ਵਿੱਚ। ਅਗਰ ਤਾਂ ਤੁਸੀਂ ਕਿਤੇ ਰਹੇ ਹੋ ਤਾਂ ਇੱਥੇ ਯੈਸ ਕਰਕੇ ਡਿਟੇਲਸ ਦੇ ਦੇਣੀ, ਅਦਰਵਾਈਜ਼ ਤੁਸੀਂ ਨੋ ਤੇ ਕਲਿੱਕ ਕਰਕੇ ਨੈਕਸਟ ਤੇ ਕਲਿੱਕ ਕਰ ਲੈਣਾ, ਠੀਕ ਹੈ। ਉਸ ਤੋਂ ਬਾਅਦ ਉਹ ਪੁੱਛ ਰਹੇ ਹੈਵ ਯੂ ਹੈਡ medical examination performed by IRCC authorized panel physicians within last 12 month। ਵੀ ਤੁਹਾਡਾ ਮੈਡੀਕਲ ਹੋਇਆ ਹੋਇਆ ਜਿਹੜਾ authorized panel ਡਾਕਟਰਸ ਤੋਂ, ਠੀਕ ਹੈ, ਜਿਹੜੇ ਕੈਨੇਡੀਅਨ ਹਾਈ ਕਮਿਸ਼ਨ ਦੁਆਰਾ authorized ਹੈ। ਇਹ ਤੁਹਾਨੂੰ ਕੈਨੇਡਾ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਮਿਲ ਜੂਗਾ ਵੀ ਆਪਣੇ ਇੰਡੀਆ ਦੇ ਵਿੱਚ ਕਿਹੜੀ ਕਿਹੜੀ ਸਿਟੀਜ਼ ਦੇ ਵਿੱਚ ਕਿਹੜੇ ਕਿਹੜੇ ਹਸਪੀਟਲ ਐਂਡ ਕਿਹੜੇ ਕਿਹੜੇ ਡਾਕਟਰਸ ਮੈਡੀਕਲ ਕਰਨ ਵਾਸਤੇ authorized ਆ ਤੇ ਜਿਹੜਾ ਮੈਡੀਕਲ ਹੁੰਦਾ ਹੈ ਇਹ 12 ਮੰਥ ਵਾਸਤੇ ਵੈਲਿਡ ਹੁੰਦਾ। ਸੋ ਡੈਫੀਨੇਟਲੀ ਆਪਾਂ ਇਹਦੇ ਤੇ ਯੈਸ ਕਲਿੱਕ ਕਰਾਂਗੇ ਕਿ ਅਸੀਂ ਮੈਡੀਕਲ ਕਰਵਾਇਆ ਹੋਇਆ ਤੇ ਨੈਕਸਟ ਤੇ ਕਲਿੱਕ ਕਰ ਦਾਂਗੇ। ਉਸ ਤੋਂ ਬਾਅਦ ਉਹ ਪੁੱਛ ਰਿਹਾ ਡੂ ਯੂ ਹੈਵ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਆਫ ਐਟਲੀਸਟ $10,000। ਇਟ ਮੀਨਸ GIC ਵੀ ਤੁਸੀਂ GIC ਕਰਵਾਇਆ ਹੋਇਆ। ਅਗਰ ਆਪਣੀ SDS ਕੈਟਾਗਰੀ ਲਈ ਆਪਾਂ ਫਾਈਲ ਸਬਮਿਟ ਕਰ ਰਹੇ ਹਾਂ, ਕੁਐਸਚਨ ਜਨਰੇਟ ਕਰ ਰਹੇ ਹਾਂ ਤੇ ਇਹਦਾ ਆਨਸਰ 110% ਯੈਸ ਹੀ ਹੋਣਾ ਚਾਹੀਦਾ, ਅਦਰਵਾਈਜ਼ ਆਪਣੀ ਜਿਹੜੀ ਫਾਈਲ ਆ ਉਹ SDS ਕੈਟਾਗਰੀ ਵਿੱਚ ਫਾਲ ਨਹੀਂ ਕਰੂਗੀ। ਉਸ ਤੋਂ ਬਾਅਦ ਉਹ ਪੁੱਛ ਰਿਹਾ ਡਿਡ ਯੂ ਪੇ ਯੂਅਰ ਫਸਟ ਈਅਰ ਟਿਊਸ਼ਨ ਫੀ ਇਨ ਫੁੱਲ ਵੀ ਤੁਸੀਂ ਆਪਦੇ ਪੂਰੇ ਫਸਟ ਈਅਰ ਦੀ ਫੀ ਪੇ ਕਰਤੀ ਆ, ਯੈਸ, ਠੀਕ ਹੈ। ਉਸ ਤੋਂ ਬਾਅਦ ਉਹ ਪੁੱਛ ਰਿਹਾ ਹੈਵ ਯੂ ਟੇਕਨ ਲੈਂਗੁਏਜ ਟੈਸਟ ਇਨ ਪਾਸਟ 2 years ਵੀ ਤੁਸੀਂ ਕੋਈ ਵੀ ਲੈਂਗੁਏਜ ਟੈਸਟ ਆ ਜਿਹੜਾ ਪਿਛਲੇ 2 ਸਾਲਾਂ 'ਚ ਦਿੱਤਾ ਹੈ, ਯੈਸ ਦਿੱਤਾ ਹੈ। ਆਇਲਟਸ ਤੇ ਕਲਿੱਕ ਕਰੋਗੇ ਤੁਸੀਂ, ਨੈਕਸਟ ਤੇ ਕਲਿੱਕ ਕਰ ਲੋਗੇ। ਹੁਣ ਉਹ ਪੁੱਛ ਰਿਹਾ ਵਰ ਆਲ your results of listening, reading, writing, speaking of IELTS is 6 each or higher। ਅਗਰ ਤੁਸੀਂ ਹੁਣ ਤੁਹਾਡੀ ਫਾਈਲ SDS ਕੈਟਾਗਰੀ 'ਚ ਫਾਲ ਕਰੇਗੀ ਜਾਂ ਜਰਨਲ 'ਚ, ਇਸ ਕੁਐਸਚਨ ਦੇ ਆਨਸਰ ਤੇ ਡਿਪੈਂਡ ਕਰਦਾ ਹੈ। ਅਗਰ ਤੁਸੀਂ ਇੱਥੇ ਯੈਸ ਕਰੋਗੇ ਤਾਂ ਤੁਹਾਡੀ ਫਾਈਲ ਜਿਹੜੀ ਅੱਗੇ SDS ਕੈਟਾਗਰੀ ਨੂੰ ਕੰਸੀਡਰ ਕਰੂਗੀ। ਅਗਰ ਤੁਸੀਂ ਇੱਥੇ ਨੋ ਕਰੋਗੇ ਤਾਂ ਤੁਹਾਡੀ ਫਾਈਲ ਆ ਜਿਹੜੀ ਜਨਰਲ ਕੈਟਾਗਰੀ 'ਚ ਜਾਊਗੀ। ਅਗਰ ਤੁਹਾਡੇ 6 ਈਚ ਬੈਂਡ ਜਿਹੜੇ ਨਹੀਂ ਹੈਗੇ ਹਰ ਇੱਕ ਮੋਡਿਊਲ 'ਚ, ਤਾਂ ਆਪਾਂ SDS ਕੈਟਾਗਰੀ ਵਾਸਤੇ ਜਿਹੜੀ ਫਾਈਲ ਲਈ ਕੁਐਸਚਨਰ ਤਿਆਰ ਕਰ ਰਹੇ ਹਾਂ ਤਾਂ ਆਪਾਂ ਇੱਥੇ ਯੈਸ ਕਲਿੱਕ ਕਰਾਂਗੇ ਤਾਂ ਆਪਾਂ ਨੈਕਸਟ ਤੇ ਕਲਿੱਕ ਕਰ ਲਾਂਗੇ। ਹੁਣ ਉਹ ਪੁੱਛ ਰਿਹਾ ਵਟ ਇਜ਼ ਯੂਅਰ ਮੈਰਿਟਲ ਸਟੇਟਸ, ਜੋ ਵੀ ਸਟੇਟਸ ਅਗਰ ਮੈਰਿਡ ਆ ਸਿੰਗਲ ਆ ਜੋ ਵੀ ਆ ਤੁਸੀਂ ਉਹ ਭਰਨਾ ਹੈ। ਉਹਨੂੰ ਪੁੱਛ ਰਹੇ ਵਟ ਇਜ਼ ਯੂਅਰ ਪ੍ਰੋਵਿੰਸ ਆਫ ਡੈਸਟੀਨੇਸ਼ਨ ਵੀ ਜਿੱਥੇ ਤੁਸੀਂ ਜ਼ਿਆਦਾ ਟਾਈਮ ਰਹਿਣਾ, ਮੋਸਟ ਆਫ ਟਾਈਮ ਸਪੈਂਡ ਕਰਨਾ, ਜਿਹੜੇ ਵੀ ਪ੍ਰੋਵਿੰਸ ਜਿੱਥੇ ਵੀ ਤੁਹਾਡਾ ਕਾਲਜ ਆ। ਮੰਨ ਲਓ ਸਟੂਡੈਂਟ ਦਾ ਕਾਲਜ ontario 'ਚ ਆ ਤਾਂ ਮੈਂ ਇੱਥੇ ontario ਸਿਲੈਕਟ ਕਰਤਾ। ਉਸ ਤੋਂ ਬਾਅਦ ਆਪਾਂ ਨੈਕਸਟ ਕਲਿੱਕ ਕਰਾਂਗੇ। ਇਹ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਆਫਰ ਲੈਟਰ ਤੋਂ ਮਿਲ ਜੂਗੀ। ਸੋ ਦੇਖੋ ਇੱਥੇ ਆ ਗਿਆ ਸਟੂਡੈਂਟ ਸਟੱਡੀ ਪਰਮਿਟ ਥਰੂ ਸਟੂਡੈਂਟ ਡਾਇਰੈਕਟ ਸਟ੍ਰੀਮ ਮੀਨਸ SDS ਕੈਟਾਗਰੀ। ਸੋ ਜਿੱਦਾਂ ਜਿਹੜੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਆਪਾਂ ਆਨਸਰਸ ਦਿੱਤੇ ਆ ਉਸ ਦੇ ਹਿਸਾਬ ਨਾਲ ਇਹ ਐਪਲੀਕੈਂਟ ਹੈ ਜਿਹੜਾ SDS ਕੈਟਾਗਰੀ ਨੂੰ ਫਾਲ ਕਰਦਾ, SDS ਕੈਟਾਗਰੀ 'ਚ ਆਪਦਾ ਵੀਜ਼ਾ ਅਪਲਾਈ ਕਰ ਸਕਦਾ। ਸੋ ਹੁਣ ਆਪਾਂ
ਨੈਕਸਟ ਤੇ ਕਲਿੱਕ ਕਰਾਂਗੇ। ਹੁਣ ਉਹ ਪੁੱਛ ਰਿਹਾ ਡੂ ਯੂ ਹੈਵ ਅ ਵੈਲਿਡ ਵਰਕ ਪਰਮਿਟ ਸਟੱਡੀ ਪਰਮਿਟ ਐਂਡ ਨੀਡ ਅ ਵੀਜ਼ਾ ਟੂ ਰਿਟਰਨ ਟੂ ਕੈਨੇਡਾ। ਸੋ ਅਗਰ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋ, ਨਹੀਂ ਕੁਛ ਨਹੀਂ ਹੈ ਤਾਂ ਤੁਸੀਂ ਇਹਨਾਂ ਤੇ ਨੋ ਕਲਿੱਕ ਕਰ ਦੇਣਾ। ਅਗਰ ਤੁਸੀਂ ਤੁਹਾਡਾ ਕੋਲ ਪਹਿਲਾਂ ਕੋਈ ਵੈਲਿਡ ਵੀਜ਼ਾ ਹੈ ਜਾਂ ਤੁਸੀਂ ਦੁਬਾਰਾ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਆਪਦੇ ਅਕੋਰਡਿੰਗਲੀ ਹੈ ਜਿਹੜਾ ਇਹਨੂੰ ਚੂਜ਼ ਕਰ ਸਕਦੇ ਹੋ। ਸੋ ਆਪਾਂ ਇੱਥੇ ਨੋ ਤੇ ਜਾਵਾਂਗੇ ਕਿਉਂਕਿ ਉਹ ਫਸਟ ਟਾਈਮ ਅਪਲਾਈ ਕਰ ਰਹੇ ਆ ਤਾਂ ਪਹਿਲਾਂ ਕਦੀ ਕੈਨੇਡਾ ਨਹੀਂ ਗਏ। ਹੁਣ ਉਹ ਪੁੱਛ ਰਿਹਾ ਆਰ ਯੂ ਐਕਸਚੇਂਜ ਸਟੂਡੈਂਟ। ਐਕਸਚੇਂਜ ਸਟੂਡੈਂਟਸ ਉਹ ਹੁੰਦੇ ਆ ਜਿਹੜੇ ਯੂਨੀਵਰਸਿਟੀ ਤੋਂ ਕਾਲਜ ਤੋਂ ਯੂਨੀਵਰਸਿਟੀ ਟ੍ਰਾਂਸਫਰ ਜਾਂ ਇਦਾਂ ਦਾ ਕੁਝ ਪ੍ਰੋਗਰਾਮ ਦਾ 1 ਈਅਰ ਕਾਲਜ 'ਚ 2 ਈਅਰ ਯੂਨੀਵਰਸਿਟੀ। ਸੋ ਆਪਾਂ ਐਕਸਚੇਂਜ ਸਟੂਡੈਂਟ ਨਹੀਂ ਆ, ਆਪਾਂ ਫਸਟ ਟਾਈਮ ਕਾਲਜ 'ਚ ਹੀ ਜਾ ਰਹੇ ਤਾਂ ਆਪਾਂ ਨੋ ਤੇ ਕਲਿੱਕ ਕਰਾਂਗੇ। ਇਜ਼ ਵਰਕ ਏ ਐਸੈਂਸ਼ੀਅਲ ਕੰਪੋਨੈਂਟ ਆਫ ਯੂਅਰ ਸਟੱਡੀ। ਅਗਰ ਤਾਂ ਤੁਹਾਡਾ ਪ੍ਰੋਗਰਾਮ ਕੋ-op ਆ, ਤੁਹਾਡੇ ਪ੍ਰੋਗਰਾਮ ਦੇ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਆ ਤਾਂ ਇੱਥੇ ਯੈਸ ਆਊਗਾ, ਅਦਰਵਾਈਜ਼ ਇੱਥੇ ਨੋ ਆਊਗਾ। ਇਹ ਤੁਸੀਂ ਆਪਦੇ ਆਫਰ ਲੈਟਰ ਤੇ ਚੈੱਕ ਕਰਨਾ ਹੈ। ਠੀਕ ਆ, ਮੰਨ ਲਓ ਜਿਹੜੇ ਸਟੂਡੈਂਟ ਦਾ ਮੈਂ ਅਪਲਾਈ ਕਰ ਰਹੀ ਹਾਂ, ਮੈਂ ਉਹਦੀ ਸਟੱਡੀ ਦਾ ਜਿਹੜਾ ਲਾਸਟ ਸਮੈਸਟਰ ਆ ਉਹ ਪ੍ਰੈਕਟੀਕਲ ਟ੍ਰੇਨਿੰਗ ਆ, ਮੀਨਸ ਕੋ-op ਆ। ਸੋ ਆਪਾਂ ਇੱਥੇ ਯੈਸ ਕਲਿੱਕ ਕਰ ਦਾਂਗੇ। ਠੀਕ ਹੈ, ਹੁਣ ਉਹ ਪੁੱਛ ਰਿਹਾ ਕਿ ਤੁਸੀਂ ਆਰ ਯੂ ਸਪਾਊਸ ਕਾਮਨ ਲਾਅ ਪਾਰਟਨਰ ਐਂਡ ਚਾਈਲਡ ਆਫ ਸਕਿਲਡ ਵਰਕਰ ਐਂਡ ਇੰਟਰਨੈਸ਼ਨਲ ਸਟੂਡੈਂਟ ਹੂ ਹੈਜ਼ ਏ ਲੀਗਲ ਸਟੇਟਸ ਇਨ ਕੈਨੇਡਾ। ਵੀ ਅਗਰ ਤਾਂ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਦੇ ਜਾਂ ਸਕਿਲਡ ਵਰਕਰ ਹੋਲਡਰ ਦੇ ਸਪਾਊਸ ਹੋ ਜਾਂ ਬੱਚੇ ਹੋ, ਤੁਸੀਂ ਇੱਥੇ ਯੈਸ ਕਲਿੱਕ ਕਰਨਾ ਹੈ। ਅਗਰ ਨਹੀਂ ਹੋ ਤਾਂ ਇੱਥੇ ਨੋ ਕਲਿੱਕ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਉਹ ਪੁੱਛ ਰਿਹਾ ਕਿ ਕੋਈ ਸਕਾਲਰਸ਼ਿਪ ਜਾਂ ਕੋਈ ਕੈਨੇਡੀਅਨ ਏਜੰਸੀ ਤੁਹਾਨੂੰ ਕੋਈ ਸਕਾਲਰਸ਼ਿਪ ਜਾਂ ਕੁਝ ਦਊਗੀ ਤਾਂ ਇੱਥੇ ਆਪਣਾ ਨੋ ਆ ਜਾਊਗਾ। ਸੋ ਇੱਥੇ ਆਪਾਂ ਅੱਗੇ ਨੈਕਸਟ ਕਲਿੱਕ ਕਰ ਦਾਂਗੇ। ਅੱਗੇ ਉਹ ਪੁੱਛ ਰਿਹਾ ਆਰ ਯੂ ਕੰਪਨੀ ਅ ਫੈਮਿਲੀ ਮੈਂਬਰ ਦੈਟ ਹੈਜ਼ ਸਟੇਟਸ ਇਨ ਕੈਨੇਡਾ ਔਰ ਰੀਸੈਂਟਲੀ ਅਪਰੂਵਡ। ਵੀ ਕਿਸੇ ਐਸੇ ਬੰਦੇ ਨਾਲ ਜਾ ਰਹੇ ਹੋ ਜਿਹਦਾ ਆਲਰੇਡੀ ਕੈਨੇਡਾ ਦਾ ਵੀਜ਼ਾ ਆਇਆ ਹੈ, ਠੀਕ ਹੈ, ਜਾਂ ਆਲਰੇਡੀ ਕੈਨੇਡਾ ਰਹਿੰਦਾ ਵੀ ਉਹਦੇ ਨਾਲ ਜਾਣਾ ਤਾਂ ਆਪਾਂ ਇੱਥੇ ਨੋ ਕਲਿੱਕ ਕਰਾਂਗੇ। ਉਸ ਤੋਂ ਬਾਅਦ ਉਹ ਪੁੱਛ ਰਹੇ ਹੈਵ ਯੂ ਐਵਰ ਕਮਿਟਡ ਬੀ ਅਰੈਸਟਡ ਚਾਰਜਿਸ। ਵੀ ਤੁਹਾਡੇ ਤੇ ਕੋਈ ਕ੍ਰਿਮੀਨਲ ਆਫੈਂਸ ਤਾਂ ਨਹੀਂ ਆ, ਤਾਂ ਡੈਫੀਨੇਟਲੀ ਇਹਦੇ ਤੇ ਆਪਾਂ ਨੋ ਹੀ ਕਲਿੱਕ ਕਰਾਂਗੇ। ਹੁਣ ਪੁੱਛ ਰਿਹਾ ਕਿ ਡੂ ਯੂ ਵਾਂਟ ਟੂ ਸਬਮਿਟ ਐਨੀ ਅਦਰ ਐਪਲੀਕੇਸ਼ਨ ਆਫ ਫੈਮਿਲੀ ਮੈਂਬਰ। ਸੋ ਆਈ ਥਿੰਕ ਸੋ ਸਾਰੀਆਂ ਸਟੂਡੈਂਟ ਐਪਲੀਕੇਸ਼ਨਸ ਦੇ ਵਿੱਚ ਇਹ ਨੋ ਹੀ ਹੋਊਗਾ ਕਿਉਂਕਿ ਮੋਸਟ ਆਫ ਇਹ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨਸ 'ਚ ਆਪਾਂ ਆਪਦੇ ਨਾਲ ਕਿਸੇ ਫੈਮਿਲੀ ਮੈਂਬਰ ਦੀ ਫਾਈਲ ਸਬਮਿਟ ਕਰਦੇ ਹਾਂ, ਜਿਵੇਂ ਸਪਾਊਸ ਦੀ ਕਰਨੀ ਹੁੰਦੀ ਹੈ ਨਾਲ ਜਾਂ ਚਿਲਡਰਨ ਦੀ ਕਰਨੀ ਹੁੰਦੀ, ਤਾਂ ਉਸ ਕੈਟਾਗਰੀ 'ਚ ਆਪਾਂ ਜੈਸ ਕਰਦੇ ਹਾਂ। ਸਟੂਡੈਂਟ ਫਾਈਲ ਦੇ ਵਿੱਚ ਇਹ ਆਲਮੋਸਟ ਨੋ ਹੀ ਜਾਂਦਾ ਹੈ, ਤਾਂ ਆਪਾਂ ਇਹਨੂੰ ਨੋ ਕਲਿੱਕ ਕਰਕੇ ਅੱਗੇ ਨੈਕਸਟ ਕਰ ਲਾਂਗੇ। ਹੁਣ ਉਹ ਪੁੱਛ ਰਿਹਾ ਕਿ ਤੁਸੀਂ ਆਪਦੀ ਫਾਈਲ ਵਾਸਤੇ ਕੋਈ ਰਿਪਰੈਜ਼ੈਂਟੇਟਿਵ, ਕੋਈ ਏਜੰਟ ਜਾਂ ਕੁਝ ਹੋਰ ਨੂੰ ਕਿਸੇ ਨੂੰ ਅਥਾਰਟੀ ਦੇਣਾ ਚਾਹੁੰਦੇ ਹੋ ਫਾਈਲ ਅਸੈਸ ਕਰਨ ਲਈ, ਤਾਂ ਨੋ। ਅਗਰ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਯੈਸ ਕਰ ਸਕਦੇ ਹੋ, ਅਦਰਵਾਈਜ਼ ਮੈਂ ਕਿਸੇ ਨੂੰ ਨਹੀਂ ਦੇ ਰਹੀ ਤਾਂ ਮੈਂ ਇੱਥੇ ਨੋ ਕਲਿੱਕ ਕਰੂੰਗੀ। ਉਹ ਪੁੱਛ ਰਹੇ ਇਨ ਦਾ ਪਾਸਟ 10 years ਹੈਵ ਯੂ ਗਿਵਨ ਯੂਅਰ ਫਿੰਗਰਪ੍ਰਿੰਟਸ ਐਂਡ ਬਾਇਓਮੈਟ੍ਰਿਕਸ। ਵੈਲ ਗਾਈਜ਼, ਅਗਰ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋ ਇੱਥੇ ਨੋ ਆਊਗਾ। ਉਹ ਐਪਲੀਕੈਂਟਸ ਜਿਨ੍ਹਾਂ ਦਾ ਪਹਿਲਾਂ ਕਦੀ ਕੋਈ ਰਿਫਿਊਜ਼ਲ ਆ ਗਿਆ, ਠੀਕ ਹੈ, ਤੇ ਜਿਨ੍ਹਾਂ ਨੇ ਆਪਦੇ ਬਾਇਓਮੈਟ੍ਰਿਕਸ ਆਲਰੇਡੀ ਦਿੱਤੇ ਹੋਏ ਆ, ਉਹ ਇੱਥੇ ਜੈਸ ਕਲਿੱਕ ਕਰਨਗੇ ਕਿਉਂਕਿ ਜਿਹੜੇ ਕੈਨੇਡੀਅਨ ਬਾਇਓਮੈਟ੍ਰਿਕਸ ਨੇ ਇਹ 10 ਸਾਲ ਲਈ ਵੈਲਿਡ ਨੇ, 10 years ਲਈ। ਅਗਰ ਤੁਸੀਂ ਲਾਸਟ ਕਿਸੇ ਵੀ ਸਾਲ ਦੇ ਵਿੱਚ ਆਪਣੇ ਬਾਇਓਮੈਟ੍ਰਿਕਸ ਕਰਾਏ ਆ ਤਾਂ ਉਹਨਾਂ ਦੀ ਵੈਲਿਡਿਟੀ ਪਈ ਆ, ਮਤਲਬ ਉਹਨਾਂ ਨੂੰ 10 ਸਾਲ, ਡੈਫੀਨੇਟਲੀ 10 ਸਾਲ ਤੱਕ ਕਿਸੇ ਨੂੰ ਨਹੀਂ ਹੋਏ ਹੋਣਗੇ ਕਿਉਂਕਿ ਬਾਇਓਮੈਟ੍ਰਿਕ ਸਟਾਰਟ ਹੋਏ ਨੂੰ ਹੀ ਥੋੜਾ ਟਾਈਮ ਹੋਇਆ। ਠੀਕ ਹੈ, ਤਾਂ ਅਗਰ ਤੁਸੀਂ ਆਲਰੇਡੀ ਪਹਿਲਾਂ ਤੁਹਾਡੀ ਕੋਈ ਫਾਈਲ ਰਿਫਿਊਜ਼ ਆ ਲਗਾਈ ਹੋਈ ਆ ਤਾਂ ਤੁਹਾਨੂੰ ਬਾਇਓਮੈਟ੍ਰਿਕ ਦੁਬਾਰਾ ਕਰਾਉਣ ਦੀ ਜ਼ਰੂਰਤ ਨਹੀਂ। ਤੁਸੀਂ ਇੱਥੇ ਯੈਸ ਕਲਿੱਕ ਕਰੋਗੇ, ਤੁਹਾਡੇ ਬਾਇਓਮੈਟ੍ਰਿਕ ਦੀ ਇਨਫੋਰਮੇਸ਼ਨ ਅਕੋਰਡਿੰਗ ਟੂ ਯੂਅਰ ਪਾਸਪੋਰਟ ਨੰਬਰ ਆਟੋਮੈਟਿਕਲੀ ਤੁਹਾਡੀ ਫਾਈਲ ਦੇ ਵਿੱਚ ਸ਼ੋ ਹੋਣ ਲੱਗ ਜੂਗੀ। ਠੀਕ ਹੈ, ਤਾਂ ਆਪਾਂ ਜਿਹਦੇ ਲਈ ਫਾਈਲ ਸਬਮਿਟ ਕਰਦੇ ਹਾਂ ਉਹਨੇ ਫਸਟ ਟਾਈਮ ਫਾਈਲ ਲਾ ਰਹੇ ਆ, ਠੀਕ ਹੈ, ਤਾਂ ਇੱਥੇ ਨੋ ਕਲਿੱਕ ਕਰਕੇ ਆਪਾਂ ਨੈਕਸਟ ਤੇ ਜਾਵਾਂਗੇ। ਉਹ ਪੁੱਛ ਰਿਹਾ ਦੇਰ ਆਰ ਏ ਫੀਸ ਐਸੋਸੀਏਟਡ ਵਿਦ ਦ ਐਪਲੀਕੇਸ਼ਨ, will you be paying your fees or exempted। ਤਾਂ ਡੈਫੀਨੇਟਲੀ ਆਪਾਂ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਹੈਗੀ ਫੀਸਾਂ ਦੀ। yes I will pay my application fees means embassy fees। ਠੀਕ ਹੈ, ਉਹ ਪੁੱਛ ਰਹੇ ਕਿ are you able to make digital copy of your documents with scanner or camera। ਵੀ ਤੁਹਾਡੇ ਕੋਲ ਸਕੈਨਰ ਵਗੈਰਾ ਹੈ ਵੀ ਤੁਸੀਂ ਡਿਜੀਟਲ ਡਾਕੂਮੈਂਟ ਸਕੈਨ ਕਰਕੇ ਜਿਹੜੇ ਸਬਮਿਟ ਕਰ ਸਕੋ। ਤਾਂ ਯੈਸ ਆਪਾਂ ਡੈਫੀਨੇਟਲੀ ਤੇ ਯੈਸ ਕਲਿੱਕ ਕਰਾਂਗੇ ਤੇ ਨੈਕਸਟ ਵਾਲੀ ਆਪਸ਼ਨ ਤੇ ਚਲਾ ਜਾਵਾਂਗੇ। ਠੀਕ ਹੈ, ਉਸ ਤੋਂ ਬਾਅਦ ਉਹੀ ਪੁੱਛ ਰਿਹਾ ਉਹ will you be paying your application fees online। to pay online ਤੁਹਾਡੇ ਕੋਲ ਕ੍ਰੈਡਿਟ ਕਾਰਡ ਜਾਂ ਮਾਸਟਰ ਕਾਰਡ ਹੈਗਾ ਕਿਉਂਕਿ ਇਹ
ਕ੍ਰੈਡਿਟ, ਵੀਜ਼ਾ, ਮਾਸਟਰ ਕਾਰਡ, ਅਮਰੀਕਨ ਐਕਸਪ੍ਰੈਸ, ਕਿਸੇ ਵੀ ਜਿਹੜੇ ਆਪਣੇ ਰੁਪੀ ਪੇ ਕਾਰਡਸ ਵਗੈਰਾ ਹੁੰਦੇ ਇੰਡੀਅਨ 'ਚ ਉਹਨਾਂ ਤੋਂ ਪੇਮੈਂਟ ਨਹੀਂ ਹੁੰਦੀ ਗਾਇਸ। ਸੋ ਤੁਹਾਡੇ ਕੋਲ ਵੀਜ਼ਾ ਜਾਂ ਮਾਸਟਰ ਕਾਰਡ ਹੋਣਾ ਚਾਹੀਦਾ। ਅਗਰ ਤੁਹਾਡੇ ਕੋਲ ਪ੍ਰਾਈਵੇਟ ਬੈਂਕ ਦਾ ਕਾਰਡ ਆ ਤਾਂ ਉਹ ਜ਼ਿਆਦਾ ਵਧੀਆ, ਕਿਉਂਕਿ ਮੋਸਟ ਆਫ ਪ੍ਰਾਈਵੇਟ ਬੈਂਕਸ ਦੀਆਂ ਜਿਹੜੀਆਂ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਆ ਉਹ ਔਨ ਹੁੰਦੀਆਂ ਨੇ, ਠੀਕ ਆ, ਤੇ ਈਜ਼ੀਲੀ ਜਿਹੜੀ ਪੇਮੈਂਟ ਹੋ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਕਲਿੱਕ ਕਰਾਂਗੇ। ਹੁਣ ਪਲੀਜ਼ ਗਾਇਸ ਤੁਹਾਡਾ ਪੂਰਾ ਕੁਐਸਚਨਰ ਆ, ਰਿਵਿਊ ਯੂਅਰ ਆਨਸਰਸ। ਇੱਕ ਵਾਰੀ ਆਪਦੇ ਸਾਰੇ ਆਨਸਰਸ ਨੂੰ ਰਿਵਿਊ ਕਰ ਲਓ ਵੀ ਤੁਹਾਨੂੰ ਕਿਤੇ ਕੋਈ ਡਾਊਟ ਤਾਂ ਨਹੀਂ, ਤੁਸੀਂ ਕਿਤੇ ਕੋਈ ਗਲਤ ਆਨਸਰ ਤਾਂ ਨਹੀਂ ਦੇਤਾ, ਕਿਉਂਕਿ ਇਹਦੇ ਬਿਹਾਫ ਦੇ ਉੱਪਰ ਹੀ ਅੱਗੇ ਤੁਹਾਡਾ ਜਿਹੜਾ ਫਾਈਲ ਸਬਮਿਸ਼ਨ ਲਈ ਡਾਕੂਮੈਂਟ ਰਿਕੁਆਇਰਮੈਂਟ ਜਨਰੇਟ ਹੋਣੀ ਹੈ। ਤਾਂ ਮੈਂ ਚੈੱਕ ਕਰਕੇ ਯੈਸ ਕਰਤਾ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਇੱਥੇ ਸਭ ਕੁਝ ਦੱਸਿਆ ਹੋਇਆ ਵੀ ਤੁਸੀਂ ਡਾਕੂਮੈਂਟਸ ਜਿਹੜਾ ਫਾਈਲ ਦਾ ਸਾਈਜ਼ ਆ ਮੈਕਸਿਮਮ 4 MB ਹੋਣਾ ਚਾਹੀਦਾ ਇੱਕ ਫਾਈਲ ਦਾ ਸਾਈਜ਼, JPG 'ਚ ਹੋਣੇ PDF 'ਚ ਹੋਣੇ ਚਾਹੀਦੇ। ਮੋਸਟ ਆਫ ਫੋਟੋਗ੍ਰਾਫ ਜਿਹੜੀ ਤੁਹਾਡੀ ਡਿਜੀਟਲ ਆ ਉਹ JPG 'ਚ ਹੋਣੀ ਚਾਹੀਦੀ ਹੈ, ਤੇ ਕੋਈ ਵੀ ਫਾਈਲ ਜਿਹੜੀ 4 MB ਤੋਂ ਜ਼ਿਆਦਾ ਹੋਊਗੀ ਤਾਂ ਅਪਲੋਡ ਨਹੀਂ ਹੋਊਗੀ, ਠੀਕ ਹੈ। ਸੋ ਇੱਥੇ ਉਹਨਾਂ ਨੇ ਐਪਲੀਕੇਸ਼ਨ ਫੀਸਿਸ ਵਗੈਰਾ ਦਾ ਦੱਸਿਆ ਕਿੱਦਾਂ ਪੇ ਕਰਨੀ ਹੈ, ਸਭ ਕੁਝ ਪੜ੍ਹ ਕੇ ਤੁਸੀਂ ਇਹਨੂੰ ਕੰਟੀਨਿਊ ਤੇ ਕਲਿੱਕ ਕਰ ਸਕਦੇ ਹੋ, ਠੀਕ ਹੈ। ਹੁਣ ਉਹ ਦੇਖੋ ਯੂਅਰ ਡਾਕੂਮੈਂਟ ਚੈੱਕਲਿਸਟ, ਇਹਨਾਂ ਨੇ ਨੀਚੇ ਤੁਹਾਡੀ ਡਾਕੂਮੈਂਟ ਚੈੱਕਲਿਸਟ ਜਨਰੇਟ ਕਰਤੀ ਵੀ ਤੁਹਾਡੀ ਫਾਈਲ ਵਾਸਤੇ ਕੀ ਰਿਕੁਆਇਰਡ ਆ। ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਫॉर ਸਟੱਡੀ ਪਰਮਿਟ ਮੇਡ ਆਊਟਸਾਈਡ ਆਫ ਕੈਨੇਡਾ, ਇਹਦੇ ਉੱਪਰ ਕਲਿੱਕ ਕਰਕੇ ਤੁਸੀਂ ਇਹ ਫਾਰਮ ਡਾਊਨਲੋਡ ਕਰ ਸਕਦੇ ਹੋ ਤੇ ਇਸ ਫਾਰਮ ਨੂੰ ਫਿਲ ਕਰਕੇ ਤੁਹਾਨੂੰ ਅਪਲੋਡ ਕਰਨਾ ਹੈ। ਸਟੱਡੀ ਪਰਮਿਟ ਵਾਸਤੇ ਜਿਹੜਾ ਫਾਰਮ ਹੁੰਦਾ ਹੈ IMM 1294, ਠੀਕ ਹੈ। ਸੋ ਇਹਨੂੰ ਤੁਸੀਂ ਨਿਊ ਵਿੰਡੋ 'ਚ ਓਪਨ ਕਰਕੇ ਡਾਊਨਲੋਡ ਕਰਕੇ ਫਿਰ ਇਹਨੂੰ ਫਿਲ ਕਰਨਾ ਹੈ ਤੇ ਇਹਨੂੰ ਵੈਲੀਡੇਟ ਕਰਨਾ, ਓਕੇ। ਉਸ ਤੋਂ ਬਾਅਦ ਨੈਕਸਟ ਉਹ ਮੰਗ ਰਿਹਾ ਰੀਸੈਂਟ ਐਜੂਕੇਸ਼ਨ ਟ੍ਰਾਂਸਕ੍ਰਿਪਟਸ। ਅਗਰ ਤਾਂ ਤੁਸੀਂ ਰੀਸੈਂਟ ਪਾਸ ਆਊਟ ਹੋ ਤਾਂ ਤੁਸੀਂ ਇੱਥੇ ਆਪਦੀਆਂ 10th ਤੋਂ ਲੈ ਕੇ ਜਿੰਨੀ ਵੀ ਸਟੱਡੀ ਤੁਸੀਂ ਕੀਤੀ, ਤੁਸੀਂ +2 ਹੋਲਡਰ ਹੋ, ਗ੍ਰੈਜੂਏਟ ਹੋ, ਪੋਸਟ ਗ੍ਰੈਜੂਏਟ ਹੋ, ਸਾਰੇ ਡਾਕੂਮੈਂਟਸ ਆ ਜਿਹੜੇ ਤੁਸੀਂ ਆਪਦੀ ਇੱਕ PDF ਫਾਈਲ ਬਣਾ ਕੇ ਇੱਥੇ ਅਪਲੋਡ ਕਰ ਦਿੰਦੇ ਆ। ਅਗਰ ਤੁਸੀਂ ਅਗਰ ਤੁਸੀਂ ਜੌਬ ਵੀ ਕਰਦੇ ਹੋ, ਠੀਕ ਆ, ਤੇ ਤੁਸੀਂ ਇਹਨਾਂ ਡਾਕੂਮੈਂਟਸ ਦੇ ਨਾਲ ਹੀ PDF ਫਾਈਲ ਦੇ ਵਿੱਚ ਆਪਦੇ ਜੌਬ ਡਾਕੂਮੈਂਟਸ ਵੀ ਇਹ ਜਿਹੜੇ ਅਪਲੋਡ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਉਹ ਪੁੱਛ ਰਿਹਾ ਪ੍ਰੂਫ ਆਫ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ GIC, ਇੱਥੇ ਤੁਸੀਂ ਆਪਦਾ GIC ਸਰਟੀਫਿਕੇਟ ਅਪਲੋਡ ਕਰਨਾ ਹੈ। ਹੁਣ ਆਪਾਂ ਉੱਥੇ ਕਿਹਾ ਸੀਗਾ ਕਿ ਆਪਣਾ ਕੋਅਪ ਵਰਕ ਪਰਮਿਟ ਆ, ਤਾਂ ਦੇਖੋ ਇਹਨਾਂ ਨੇ ਇੱਥੇ ਡਾਕੂਮੈਂਟ ਮੰਗ ਲਿਆ ਐਵੀਡੈਂਸ ਆਫ ਵਰਕ ਰਿਕੁਆਇਰਮੈਂਟ ਇਨ ਸਟੱਡੀ। ਸੋ ਕਈ ਕਾਲਜਿਸ ਤਾਂ ਹੁੰਦੇ ਆ ਜਿਹੜੇ ਕੋਅਪ ਲਈ ਅਲੱਗ ਤੋਂ ਇੱਕ ਲੈਟਰ ਪ੍ਰੋਵਾਈਡ ਕਰਦੇ ਆ, ਠੀਕ ਆ। ਉਸ ਸਿਚੁਏਸ਼ਨ 'ਚ ਤਾਂ ਤੁਸੀਂ ਉਹ ਲੈਟਰ ਹੈ ਜਿਹੜਾ ਇੱਥੇ ਅਪਲੋਡ ਕਰ ਦੇਣਾ, ਲੇਕਿਨ ਕਈ ਕਾਲਜਿਸ ਅਲੱਗ ਤੋਂ ਕੋਈ ਲੈਟਰ ਨਹੀਂ ਦਿੰਦੇ, ਉਹਨਾਂ ਦੇ ਲੈਟਰ ਆਫ ਐਕਸੈਪਟੈਂਸ ਦੇ ਵਿੱਚ ਹੀ ਇੱਕ ਕਾਲਮ 'ਚ ਲਿਖਿਆ ਹੁੰਦਾ ਹੈ ਕਿ ਇੰਟਰਨਸ਼ਿਪ ਐਂਡ ਕੋਅਪ ਤੇ ਯੈਸ ਜਾਂ ਨੋ ਕੀਤਾ ਹੁੰਦਾ, ਤਾਂ ਤੁਸੀਂ ਆਪਦੀ ਉਹ ਪਾਰਟ ਨੂੰ ਹਾਈਲਾਈਟ ਕਰਕੇ ਇਸ ਜਗ੍ਹਾ ਤੇ ਅਪਲੋਡ ਕਰ ਸਕਦੇ ਹੋ ਤਾਂ ਕਿ ਵੀਜ਼ਾ ਆਫਿਸਰ ਨੂੰ ਕਲੈਰਿਟੀ ਹੋ ਜੇ ਕਿ ਤੁਹਾਡੇ ਮਤਲਬ ਜਿਹੜੀ ਸਟੱਡੀ ਦੇ ਨਾਲ ਆ ਜਿਹੜਾ ਕੋਅਪ ਤੁਹਾਡੀ ਸਟੱਡੀ ਦਾ ਇੱਕ ਪਾਰਟ ਆ, ਠੀਕ ਹੈ। ਤੁਹਾਨੂੰ ਨਾਲ ਉਹਦੇ ਲਈ ਵਰਕ ਪਰਮਿਟ ਵੀ ਦੇਣਾ, ਠੀਕ ਹੈ। ਸੋ ਪ੍ਰੂਫ ਆਫ ਟਿਊਸ਼ਨ ਪੇਮੈਂਟ, ਆਪਾਂ SDS ਕੈਟਾਗਰੀ 'ਚ ਫਾਈਲ ਲਾ ਰਹੇ ਹਾਂ ਤਾਂ ਇੱਥੇ ਆਪਣੇ ਕੋਲ 1 ਈਅਰ ਦਾ ਦੇਖੋ, ਜੇ ਤੁਸੀਂ ਦੇਖੋਗੇ ਡਾਕੂਮੈਂਟ ਦੀ ਡਿਟੇਲ 'ਚ ਜਾ ਕੇ ਯੂਅਰ ਫਸਟ ਈਅਰ ਟਿਊਸ਼ਨ ਮਸਟ ਆਲਰੇਡੀ ਬੀ ਪੇਡ, ਠੀਕ ਹੈ। ਤੁਸੀਂ ਟਿਊਸ਼ਨ ਫੀ ਰਿਸਿਪਟ ਬੈਂਕ ਤੋਂ ਲਗਾ ਸਕਦੇ ਹੋ ਤੇ ਕਾਲਜ ਦੀ ਰਿਸਿਪਟ ਲਗਾ ਸਕਦੇ ਹੋ, ਠੀਕ ਹੈ, ਜਿਹੜੇ ਕਾਲਜ ਤੁਹਾਨੂੰ ਅਫੀਸ਼ੀਅਲ ਰਿਸਿਪਟ ਦਿੰਦਾ। ਈਵਨ ਤੁਸੀਂ ਦੋਨੋਂ ਵੀ PDF ਫਾਈਲ ਬਣਾ ਕੇ ਲਗਾ ਸਕਦੇ ਹੋ, ਉੱਪਰ ਕਾਲਜ ਦੀ ਰਸੀਦ ਲਗਾ ਕੇ ਨੀਚੇ ਤੁਸੀਂ ਆਪਦੀ ਬੈਂਕਿੰਗ ਟ੍ਰਾਂਸਫਰ ਦੀ ਜਿਹੜੀ TT ਰਿਸਿਪਟ ਆ ਜਾਂ ਜਿੱਦਾਂ ਵੀ ਤੁਸੀਂ ਪੇ ਕੀਤਾ ਫਲਾਈਓਵਰ ਦੀ ਰਿਸਿਪਟ ਆ, ਤੁਸੀਂ ਉੱਦਾਂ ਦੀ ਆਪਦੀ ਰਸੀਦ PDF ਅਪਲੋਡ ਕਰ ਸਕਦੇ ਹੋ। ਉਸ ਤੋਂ ਬਾਅਦ ਉਹ ਪੁੱਛ ਰਿਹਾ ਪ੍ਰੂਫ ਆਫ ਆਈਲੈਟਸ ਟੈਸਟ, ਠੀਕ ਹੈ। ਇੱਥੇ ਤੁਸੀਂ ਆਪਦਾ ਆਈਲੈਟਸ ਦਾ ਸਰਟੀਫਿਕੇਟ ਹੈ ਜਿਹੜਾ ਉਹ ਅਪਲੋਡ ਕਰਨਾ। ਉਸ ਤੋਂ ਬਾਅਦ ਆਪਦਾ ਪਾਸਪੋਰਟ ਅਪਲੋਡ ਕਰਨਾ। ਪਾਸਪੋਰਟ ਤੋਂ ਬਾਅਦ ਉਹ ਪੁੱਛ ਰਿਹਾ ਲੈਟਰ ਆਫ ਐਕਸੈਪਟੈਂਸ, LOA ਲੈਟਰ ਅਪਲੋਡ ਕਰਨਾ ਹੈ। ਇੱਥੇ ਤੁਹਾਡੀ ਡਿਜੀਟਲ ਫੋਟੋ ਅਪਲੋਡ ਹੋਣੀ ਆ, ਜਿਹੜੀ JPG ਫਾਈਲ ਹੋਣੀ ਚਾਹੀਦੀ ਵਿਦ 80% ਫੇਸ। ਅਗਰ ਤੁਸੀਂ ਇਹਦੀ ਸਪੈਸੀਫਿਕੇਸ਼ਨ ਦੇਖਣੀ ਆ ਤੁਸੀਂ ਇੱਥੇ ਜਾ ਸਕਦੇ ਹੋ। ਇੱਥੇ ਉਹਨਾਂ ਨੇ ਪ੍ਰੋਪਰ ਡਾਕੂਮੈਂਟ ਬਾਰੇ ਦੱਸਿਆ ਹੋਇਆ ਹੈ ਕਿ ਸਾਈਜ਼ ਕੀ ਹੋਣਾ ਚਾਹੀਦਾ ਹੈ, ਕਿੰਨਾ ਕੀ ਉਹ ਹੋਣਾ ਚਾਹੀਦਾ, ਸਪੈਸੀਫਿਕੇਸ਼ਨ ਕਿੰਨੇ 80% ਫੇਸ ਹੋਣਾ ਚਾਹੀਦਾ ਹੈ, ਵਾਈਟ ਬੈਕਗਰਾਊਂਡ, ਸਭ ਕੁਝ ਉਹਨਾਂ ਨੇ ਦਿੱਤਾ ਹੋਇਆ, ਠੀਕ ਹੈ। ਤਾਂ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਅਗਰ ਤੁਹਾਨੂੰ ਫੋਟੋਗ੍ਰਾਫਸ ਦੇ ਵਿੱਚ ਕੋਈ ਡਾਊਟ ਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਪ੍ਰੂਫ ਆਫ ਅਪਫਰੰਟ ਮੈਡੀਕਲ ਐਗਜ਼ਾਮ ਮੀਨਸ ਇੱਥੇ ਤੁਸੀਂ ਆਪਦਾ ਜਿਹੜਾ ਵੀ ਮੈਡੀਕਲ ਐਗਜ਼ਾਮ ਕਰਾਇਆ ਹੋਊਗਾ ਉਹਦੀ ਟਰੈਕਿੰਗ ਸ਼ੀਟ ਮਿਲੂਗੀ ਤੁਹਾਨੂੰ ਹਸਪੀਟਲ ਤੋਂ, ਤੁਸੀਂ ਉਹ ਇੱਥੇ ਅਪਲੋਡ ਕਰਨੀ ਆ। ਇਹ ਹੈਗਾ ਤੁਹਾਡਾ ਫੈਮਿਲੀ ਇਨਫੋਰਮੇਸ਼ਨ ਫਾਰਮ, ਇਹ ਵੀ ਤੁਸੀਂ ਨਿਊ ਵਿੰਡੋ 'ਚ ਓਪਨ ਕਰਕੇ ਡਾਊਨਲੋਡ ਕਰਕੇ ਫਿਲ ਕਰਕੇ ਫਿਰ ਅਪਲੋਡ ਕਰਨਾ। ਇਹਦੇ 'ਚ
ਐਪਲੀਕੈਂਟ ਦੇ ਮਦਰ ਫਾਦਰ ਦੀ ਡਿਟੇਲ, ਉਹਨਾਂ ਦਾ ਬ੍ਰਦਰ ਸਿਸਟਰ ਸਪਾਊਸ ਚਾਈਲਡ ਜੋ ਵੀ ਹੈ ਉਹਦੀ ਫੈਮਿਲੀ ਡਿਟੇਲਸ ਪ੍ਰੋਪਰਲੀ ਫਿਲ ਹੁੰਦੀ ਹੈ, ਉਹਨਾਂ ਦੀ ਡੇਟ ਆਫ ਬਰਥ ਫੈਮਿਲੀ ਮੈਂਬਰਸ ਦੀ, ਉਹ ਕੀ ਕਰਦੇ ਆ, ਉਹਨਾਂ ਦੇ ਕਰੰਟ ਐਡਰੈਸ। ਠੀਕ ਹੈ, ਸੋ ਇਹ ਤੁਸੀਂ ਫਾਰਮ ਡਾਊਨਲੋਡ ਕਰਕੇ ਇਹਨੂੰ ਫਿਲ ਕਰਨਾ। ਉਸ ਤੋਂ ਬਾਅਦ ਇਹ ਹੈਗੇ ਆ ਆਪਸ਼ਨਲ ਡਾਕੂਮੈਂਟਸ, ਇਹ ਕੰਪਲਸਰੀ ਨਹੀਂ ਆ। ਇੱਕ ਫਾਰਮ ਹੈਗਾ 5257, ਠੀਕ ਹੈ। ਅਗਰ ਤੁਸੀਂ ਕਿਤੇ ਮਤਲਬ ਆਪਣੀ ਰੈਜ਼ੀਡੈਂਸ ਕੰਟਰੀ ਤੋਂ ਬਾਹਰ ਗਏ ਹੋ, ਜਾਂ ਤੁਸੀਂ ਕਿਤੇ ਹੋਰ ਕਿਸੇ ਗਵਰਨਮੈਂਟ ਲਈ ਸਰਵ ਕੀਤਾ ਜਾਂ ਕੁਝ ਵੀ ਆ, ਇਹ ਫਾਰਮ ਡਾਊਨਲੋਡ ਕਰਕੇ ਦੇਖ ਲਿਓ। ਜੇ ਤੁਸੀਂ ਇਹਨਾਂ ਦੀਆਂ ਆਪਸ਼ਨਸ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਲੱਗਦਾ ਕਿ ਤੁਹਾਡੀ ਐਪਲੀਕੇਸ਼ਨ ਤੇ ਐਪਲੀਕੇਬਲ ਆ, ਤਾਂ ਤੁਸੀਂ ਇਹਨੂੰ ਡਾਊਨਲੋਡ ਕਰਕੇ ਫਿਲ ਕਰਕੇ ਸਬਮਿਟ ਕਰਨਾ, ਅਦਰਵਾਈਜ਼ ਇਹ ਕੰਪਲਸਰੀ ਨਹੀਂ ਆ। ਉਸ ਤੋਂ ਬਾਅਦ ਆ ਗਿਆ ਕਲਾਇੰਟ ਇਨਫੋਰਮੇਸ਼ਨ। ਅਗਰ ਤੁਹਾਡਾ ਕੋਈ ਐਕਸਟਰਾ ਡਾਕੂਮੈਂਟ ਆ, ਲਾਈਕ ਬਹੁਤ ਸਾਰੇ ਸਟੂਡੈਂਟਸ ਨੇ SOP ਲਗਾਉਣੀ ਹੁੰਦੀ ਆ, ਜਾਂ ਕੋਈ ਹੋਰ ਐਦਾਂ ਦਾ ਡਾਕੂਮੈਂਟਸ ਹੁੰਦਾ ਹੈ, ਤਾਂ ਇਨਕਮ ਡਾਕੂਮੈਂਟਸ ਹੁੰਦੇ, ਜਾਂ ਕੁਝ ਵੀ ਲਗਾਉਣਾ, ਤਾਂ ਤੁਸੀਂ ਉਹ ਕਲਾਇੰਟ ਇਨਫੋਰਮੇਸ਼ਨ ਦੇ ਵਿੱਚ ਜਿਹੜਾ ਅਪਲੋਡ ਕਰ ਸਕਦੇ ਹੋ। ਠੀਕ ਹੈ, ਸੋ ਨੈਕਸਟ ਕੋਈ ਵੀ ਜਿਹੜਾ ਐਕਸਟਰਾ ਡਾਕੂਮੈਂਟ ਤੁਸੀਂ ਇੱਥੇ ਅਪਲੋਡ ਕਰਤਾ। ਉਸ ਤੋਂ ਬਾਅਦ ਦੇਖੋ, ਅਗਰ ਤੁਹਾਡੇ ਬਾਇਓਮੈਟ੍ਰਿਕਸ ਨਹੀਂ ਹੋਏ, ਤੁਸੀਂ ਫਸਟ ਟਾਈਮ ਫਾਈਲ ਸਬਮਿਟ ਕਰ ਰਹੇ ਹੋ, ਤੁਹਾਡੀ ਜਿਹੜੀ ਸਟੱਡੀ ਪਰਮਿਟ ਦੀ ਫੀ ਹੈਗੀ ਉਹ $150 ਆ, ਤੇ ਬਾਇਓਮੈਟ੍ਰਿਕ ਦੀ ਫੀ ਹੈਗੀ ਹੈ ਜਿਹੜੀ $85। ਜੋ ਟੋਟਲ ਫੀ ਹੈ ਤੁਹਾਡੀ 235 ਆ। ਸਾਰੇ ਡਾਕੂਮੈਂਟਸ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਲਈ ਇੱਥੇ ਨੈਕਸਟ ਦੀ ਆਪਸ਼ਨ ਆ ਜੂਗੀ। ਨੈਕਸਟ ਤੇ ਜਾ ਕੇ ਕਾਰ ਦੀਆਂ ਡਿਟੇਲਸ ਮੰਗਣਗੇ, ਤੇ ਤੁਸੀਂ ਜਿਹੜੀ ਫਾਈਲ ਆ ਉਹ ਸਬਮਿਟ ਕਰ ਦੇਣੀ ਆ। ਸੋ ਇਸ ਤਰੀਕੇ ਨਾਲ ਆਪਾਂ ਆਪਦੀ SDS ਕੈਟਾਗਰੀ ਦੀ ਜਿਹੜੀ ਫਾਈਲ ਆ ਬੜੇ ਈਜ਼ੀ ਵੇ ਦੇ ਵਿੱਚ ਸਬਮਿਟ ਕਰ ਸਕਦੇ ਹਾਂ। ਗਾਇਸ, ਅਗਰ ਤੁਹਾਡਾ ਕੋਈ ਵੀ ਕੁਐਸਚਨ ਆ SDS ਫਾਈਲ ਨੂੰ ਲੈ ਕੇ, ਠੀਕ ਹੈ, ਤੁਹਾਨੂੰ ਕਿਤੇ ਵੀ ਕੋਈ ਡਾਊਟ ਆ, ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਹੋਰ ਟੌਪਿਕ ਤੇ ਵੀਡੀਓ ਪਾਵਾਂ ਇਹਦੇ ਰਿਲੇਟਡ, ਤਾਂ ਪਲੀਜ਼ ਤੁਸੀਂ ਮੈਨੂੰ DM ਕਰ ਸਕਦੇ ਹੋ। ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਗਾਇਸ, ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ, ਐਂਡ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ, ਕਿਉਂਕਿ ਅਗਰ ਤੁਸੀਂ ਮੇਰੀ ਵੀਡੀਓ ਲਾਈਕ ਕਰੋਗੇ, ਸ਼ੇਅਰ ਕਰੋਗੇ, ਤਾਂ ਮੈਨੂੰ ਹੋਰ ਇੰਸਪੀਰੇਸ਼ਨ ਮਿਲੂਗਾ ਕਿ ਮੈਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਬਣਾਵਾਂ ਜੋ ਤੁਹਾਡੇ ਲਈ ਬੈਨੀਫੀਸ਼ੀਅਲ ਹੋ ਸਕਣ। ਸੋ ਥੈਂਕ ਯੂ ਸੋ ਮਚ ਗਾਇਸ।